ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਸਾਰੇ ਸੰਗਤ ਨੂੰ ਗੁੱਡ ਮਾਰਨਿੰਗ ਨਾਰਥ ਅਮਰੀਕਾ। ਹੁਣ ਤਾਂ ਆਫਟਰਨੂਨ ਹੋ ਗਈ ਐਕਚੁਅਲੀ, ਦਿਨ ਬਹੁਤ ਵਧੀਆ ਹੈਗਾ। ਇਟਸ ਕੁਆਇਟ ਸਨੀ ਆਊਟ ਹੇਅਰ। ਆਪਾਂ ਖੜੇ ਆ ਪੈਂਸਿਲਵੇਨੀਆ ਐਵਨਿਊ ਵਾਸ਼ਿੰਗਟਨ ਡੀਸੀ ਆਪਣੇ ਵਾਈਟ ਹਾਊਸ ਦੇ ਸਾਹਮਣੇ। ਸੋ ਉਰੇ ਸਾਰੇ ਆਪਣੇ ਡੀਸੀ ਏਰੀਆ ਦੀ ਸੰਗਤ, ਮੈਰੀਲੈਂਡ ਦੀ ਸੰਗਤ ਵੀ, ਹੋਰ ਸਾਰਿਆਂ ਦਾ ਸਹਿਯੋਗ ਹੈਗਾ। ਸੋ ਕਿਸਾਨਾਂ ਦਾ ਜਿਹੜਾ ਅੰਦੋਲਨ ਹੈਗਾ, ਪਹਿਲੀ ਗੱਲ ਤਾਂ ਇੰਡੀਆ ਦੇ ਵਿੱਚ ਨਹੀਂ ਚੱਲ ਰਿਹਾ ਸਿਰਫ, ਇਹ ਵਿਸ਼ਵ ਭਰ ਦੇ ਵਿੱਚ ਜਨ ਅੰਦੋਲਨ ਚੱਲ ਰਿਹਾ ਹੈਗਾ। ਸੋ ਆਪਣੇ ਨਾਲ ਕੁਝ ਲੋਕਲ ਸਪੋਰਟ ਕਰਨ ਵਾਸਤੇ ਵੀ ਉਰੇ ਫਰੈਂਡਸ ਹੈਗੇ ਨੇ। ਸੋ ਪਹਿਲਾਂ ਤਾਂ ਕਿਸਾਨ ਏਕਤਾ, ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ। ਤੇ ਸਾਰੇ ਕਿਸਾਨ ਭਾਈਆਂ ਨੂੰ ਪੂਰਾ ਆਸ਼ਵਾਸਨ ਹੋਣਾ ਚਾਹੀਦਾ ਵੀ ਜਿੱਥੇ ਵੀ ਜਿੰਨੇ ਵੀ ਇੰਡੀਆ ਦੇ ਵਿੱਚ ਆ ਕੇ ਆਪਦੀ ਜਨਮ ਭੂਮੀ ਤੇ ਰੋਟੀ ਖਾਧੀ ਹੈ, ਉਹਦਾ ਕਦਰ ਉਹ ਭੁੱਲੇ ਨਹੀਂ ਹੈਗੇ। ਉਹ ਅੱਜ ਵੀ ਦਿਲਾਂ ਦੇ ਵਿੱਚ ਉਨਾ ਹੀ ਪਿਆਰ ਹੈਗਾ ਕਿਸਾਨਾਂ ਵਾਸਤੇ। ਆ ਦੇਖੋ ਸਰਦਾਰ ਜੀ ਦੇ ਝੰਡੇ ਤੇ ਵੀ ਲਿਖਿਆ ਹੋਇਆ ਨੋ ਫਾਰਮਰ ਨੋ ਫੂਡ। ਸੋ ਤੁਹਾਡੇ ਬਿਨਾਂ ਅਸੀਂ ਇਮੇਜਿਨ ਨਹੀਂ ਕਰ ਸਕਦੇ ਆਪਦੀ ਲਾਈਫ ਵੀ, ਇਹ ਕੋਈ ਵੀ ਨਹੀਂ ਕਰ ਸਕਦਾ। ਜਿਹੜੇ ਲੋਕਾਂ ਨੂੰ ਅਹਿਸਾਸ ਨਹੀਂ ਹੈਗਾ ਅੱਜ, ਉਹਨਾਂ ਤੇ ਜਦੋਂ ਬਣੂਗੀ ਉਹਨਾਂ ਨੂੰ ਪਤਾ ਲੱਗੂਗਾ। ਜਦੋਂ ਇਹ ਕਾਲਾ ਕਾਨੂੰਨ ਤੀਜਾ ਅਸੈਂਸ਼ੀਅਲ ਕਮੋਡਿਟੀ ਐਕਟ ਜਦੋਂ ਇੰਡੀਆ ਦੀ ਮਿਡਲ ਕਲਾਸ ਨੂੰ, ਸ਼ਹਿਰਾਂ ਦੀ ਨੂੰ ਖਾ ਗਿਆ ਤੇ ਖਾਣਾ ਨਾ ਮਿਲੇ ਕਿਸੇ ਨੂੰ, ਉਦੋਂ ਅੰਦੋਲਨ ਵੀ ਨਹੀਂ ਕਰ ਸਕਣਗੇ। ਕਿਉਂਕਿ ਸੰਗਠਿਤ ਹੋਣਾ ਬਹੁਤ ਜ਼ਰੂਰੀ ਹੈ ਇਹਨਾਂ ਵਾਸਤੇ। ਸੰਗਠਿਤ ਹੈ ਨਹੀਂ, ਇਹਨਾਂ ਨੂੰ ਤੋੜ ਲੈਣਗੇ ਧਰਮਾਂ ਦੇ ਉੱਤੇ। ਸੋ ਇਹਨਾਂ ਦੇ ਨਾਲ ਹੋਣੀ ਹੈ ਮਾੜੀ ਅਸਲੀ ਸ਼ਹਿਰਾਂ ਦੇ ਨਾਲ, ਕਿਉਂਕਿ ਇੰਡੀਆ ਤਾਂ ਅੱਜ ਵੀ ਪਿੰਡਾਂ 'ਚ ਵੱਸਦਾ। ਸੋ ਇੰਡੀਆ ਦੀ ਕਿਸਮਤ ਉਨੀ ਮਾੜੀ ਨਹੀਂ ਹੈਗੀ ਜਿੰਨੀ ਇਹ ਸਰਕਾਰ ਬਣਾਉਣਾ ਚਾਹੁੰਦੀ ਹੈ। ਅਸੀਂ ਤਾਂ ਆਪਦਾ ਬਚਾਅ ਕਰ ਹੀ ਲਵਾਂਗੇ, ਖਾਣਾ ਵੀ ਅਸੀਂ ਖਾ ਹੀ ਲਵਾਂਗੇ। ਸੋ ਹੁਣ ਗੱਲ ਕਰ ਰਹੇ ਹਾਂ ਹਿਊਮਨ ਰਾਈਟਸ ਦੀ। ਸੋ ਹਿਊਮਨ ਰਾਈਟਸ ਦੀਆਂ ਧੱਜੀਆਂ ਉਡਾਉਂਦੀ ਜਾ ਰਹੀ ਹੈ ਇੰਡੀਆ ਦੀ ਸਰਕਾਰ। ਸੋ ਮੌਜੂਦਾ ਸਰਕਾਰ ਪਹਿਲੀ ਸਰਕਾਰ ਹੈ ਇਤਿਹਾਸ ਦੇ ਵਿੱਚ ਜਿਹੜੀ ਬਿਨਾਂ ਕਿਸੇ ਨੂੰ ਕੰਸਲਟ ਕਰੇ ਕਾਨੂੰਨ ਬਣਾਉਂਦੀ ਹੈ। ਕੋਈ ਜੁਆਇੰਟ ਪਾਰਲੀਮੈਂਟਰੀ ਕਮੇਟੀ ਨਹੀਂ ਫੋਲੋ ਕਰਦੀ, ਧੱਕਾ ਕਰ ਰਹੀ ਹੈ ਸ਼ਰੇਆਮ ਦੇਸ਼ ਨਾਲ। ਪੂਰੇ ਫੈਸਲਿਆਂ ਦੇ ਹਰ ਚੈੱਕ ਪੁਆਇੰਟ ਤੇ ਇੰਡੀਆ ਨੂੰ ਫੈਸਿਸਟ ਇਕਨੋਮੀ, ਮਤਲਬ ਫੈਸਿਸਟ ਕੰਟਰੀ ਵੱਲ ਲੈ ਕੇ ਜਾ ਰਹੀ ਹੈ। ਐਕਟਿਵਿਸਟ ਜਿਹੜਾ ਹੈਗਾ ਆਪੋਜੀਸ਼ਨ ਦੀ ਜ਼ਿੰਮੇਵਾਰੀ ਨਿਭਾ ਰਿਹਾ ਸੜਕਾਂ ਤੇ। ਪੁਲਿਸ ਮਰ ਚੁੱਕੀ ਹੈ। ਪੁਲਿਸ ਹੋਮ ਮਿਨਿਸਟਰੀ ਦਾ ਇੱਕ ਟੂਲ ਬਣ ਕੇ ਰਹਿ ਚੁੱਕੀ ਹੈ। ਕਿਸੇ ਨੂੰ ਵੀ ਚੱਕ ਕੇ ਕਿਸੇ ਵੀ ਐਕਟਿਵਿਸਟ ਦੇ ਉੱਤੇ ਸੈਡੀਸ਼ਨ ਦਾ ਚਾਰਜ ਲਾਉਣਾ, ਇਹ ਮਨੁੱਖੀ ਅਧਿਕਾਰਾਂ ਦਾ ਉਲੰਘਣਾ ਨਹੀਂ ਹੈਗੀ। ਤੁਸੀਂ ਇੱਕ ਬੱਚੇ ਨੂੰ ਚੱਕਦੇ ਹੋ 19 ਸਾਲ ਦੇ ਨੂੰ, ਜਿਹਨੇ ਆਵਾਜ਼ ਚੱਕੀ ਇਨਸਾਨੀਅਤ ਵਾਸਤੇ। ਪਹਿਲਾਂ ਤਾਂ ਇਹਨਾਂ ਨੂੰ ਰਾਸ਼ਟਰਵਾਦ ਦੀ ਡੈਫੀਨੇਸ਼ਨ ਸਿਖਾ ਦਿੱਤੀ ਜਾਵੇ। ਜਿਹੜੀ ਐਸੇ ਪੜ੍ਹ ਲਿਆ ਕਰੋ। ਬੰਗਾਲ 'ਚ ਇਲੈਕਸ਼ਨ ਲੜਦੇ ਹੋ ਦੀਦੀ ਦਾ, ਤੁਹਾਨੂੰ ਬਾਰੀ-ਬਾਰੀ ਕਹਿ ਰਹੇ ਆ ਵੀ ਬੰਗਾਲ ਦੇ ਵਿੱਚ ਇਲੈਕਸ਼ਨ ਲੜਨ ਲੱਗੇ, ਥੋੜਾ ਬੰਗਾਲ ਦਾ ਇਤਿਹਾਸ ਪੜ੍ਹ ਲਿਆ ਕਰੋ, ਬੰਗਾਲ ਦੇ ਸ਼ੇਰਾਂ ਦਾ। ਉਰੇ ਅਮਰੀਕਾ ਤੱਕ ਧੁੰਮਾਂ ਪਾ ਰੱਖੀਆਂ ਨੇ। ਸਿਨਸਿਨੈਟੀ ਬੰਗਾਲ ਟਾਈਗਰ ਟੀਮ ਰੋਜ਼ ਤੱਕ ਪਾਉਂਦੀ ਹੈ ਸਪੋਰਟਸ ਦੇ ਵਿੱਚ ਉਰੇ। ਸੋ ਪਹਿਲਾਂ ਥੋੜਾ ਇਤਿਹਾਸ ਪੜ੍ਹ ਲਿਆ ਕਰੋ ਵੀ ਬੰਗਾਲ ਦੇ ਵਿੱਚ ਚਲੇ ਜਾਂਦੇ ਹੋ ਤੁਸੀਂ ਇਲੈਕਸ਼ਨ ਲੜਨ, ਵੀ ਉੱਥੇ ਦੇ ਬੰਦਿਆਂ ਦਾ ਰਾਸ਼ਟਰਵਾਦ ਦੀ ਪਰਿਭਾਸ਼ਾ ਕੀ ਹੈ, ਕੀ ਪਤਾ ਤੁਹਾਨੂੰ ਥੋੜਾ ਸਿੱਖਣ ਨੂੰ ਮਿਲ ਜੂਗਾ। ਇਲੈਕਸ਼ਨ ਹੀ ਜਿੱਤ ਜਾਓਗੇ, ਥੋੜਾ ਪੋਜ਼ਿਟਿਵ ਪ੍ਰੋਪੇਗੈਂਡਾ ਹੀ ਕਰ ਲਓਗੇ। ਸੋ ਇਹ ਜ਼ਰੂਰ ਪੜ੍ਹ ਲਿਆ ਕਰੋ। ਤੇ ਉਹ ਤੋਂ ਬਾਅਦ ਹੁਣ ਤੁਹਾਨੂੰ ਇਹ ਦੱਸ ਦਈਏ ਵੀ ਜਿਹੜਾ ਬੰਦਾ ਸਮੇਂ ਦੀ ਸਰਕਾਰ ਦੇ ਨਾਲ ਮੱਥਾ ਲਾਉਂਦਾ ਆਪਦੇ ਦੇਸ਼ ਦੇ ਖਿਲਾਫ, ਆਪਦੇ ਦੇਸ਼ ਦੇ ਹੱਕ ਦੇ ਵਿੱਚ, ਪਰ ਸਰਕਾਰ ਦੇ ਖਿਲਾਫ, ਉਹਨੂੰ ਕਹਿੰਦੇ ਨੇ ਦੇਸ਼ ਭਗਤ। ਇਹ ਡੈਫੀਨੇਸ਼ਨ ਹੈ ਪੂਰੇ ਵਿਸ਼ਵ ਭਰ ਦੀ। ਸਰਕਾਰਾਂ ਨਾਲ ਸੌਦਾਗਰੀ, ਦਲਾਲਗਿਰੀ, ਉਹ ਮੌਕਾ ਪ੍ਰਸਤ ਲੋਕ ਹੁੰਦੇ ਨੇ, ਉਹ ਦੇਸ਼ ਭਗਤੀ ਦੀ ਕੈਟੇਗਰੀ ਦੇ ਵਿੱਚ ਨਹੀਂ ਆਉਂਦੇ। ਸਰਕਾਰਾਂ ਨਾਲ ਮੱਥਾ ਲਾਉਣ ਨੂੰ ਹੀ ਦੇਸ਼ ਭਗਤੀ ਮੰਨਿਆ ਜਾਂਦਾ ਹੈ। ਸੋ ਹਾਈ ਕੋਰਟ ਨੇ ਲਿਖਤੀ ਦੇ ਵਿੱਚ ਆਰਡਰ ਦੇਤਾ ਵੀ ਜੇ ਕੋਈ ਵੀ ਐਕਟਿਵਿਸਟ ਸਰਕਾਰ ਦੇ ਖਿਲਾਫ ਗੱਲ ਕਰਦਾ ਹੈ, ਸਰਕਾਰ ਦੀ ਵੈਨਿਟੀ ਵਰਡ ਯੂਜ਼ ਕੀਤਾ ਉਹਨਾਂ ਨੇ, ਵੀ ਆਕੜ ਨੂੰ, ਸਰਕਾਰ ਦੀ ਹੰਕਾਰ ਨੂੰ ਖਿਲਾਫ ਆਵਾਜ਼ ਚੱਕਦਾ ਹੈ, ਉਹ ਬੰਦਾ ਦੇਸ਼ ਭਗਤ ਹੈ। ਉਹ ਬੰਦੇ ਤੇ ਦੇਸ਼ ਵਿਰੋਧੀ ਮੁਕੱਦਮਾ ਬਣ ਨਹੀਂ ਸਕਦਾ। ਤਾਂ ਥੋੜਾ ਜਿਹਾ ਆਪਦਾ ਇਤਿਹਾਸ ਵੀ ਪੜ੍ਹ ਲਿਆ ਕਰੋ, ਸੈਡੀਸ਼ਨ ਦਾ ਚਾਰਜ ਕੀ ਹੈ। ਸੋ ਆਪਾਂ ਹੁਣ ਗੱਲ ਕਰਾਂਗੇ ਉਰੇ ਸਾਰੇ ਐਕਟਿਵਿਸਟ ਤੇ ਸਾਰੇ ਜਿਹਨੇ ਇਕੱਠੇ ਹੋਏ ਨੇ ਵੀ ਕਿੰਨੀਆਂ ਸ਼ਰਮਨਾਕ ਚੀਜ਼ਾਂ ਨੇ ਜਿਹੜੀਆਂ ਇੰਡੀਆ ਦੀ ਸਮੇਂ ਦੀ ਹੁਕੂਮਤ ਕਰ ਰਹੀ ਹੈ। ਕਹਿਣਗੇ ਅਸੀਂ ਕਿਸਾਨ ਮਿੱਤਰ ਆ, ਦੋਗਲੀ ਸਰਕਾਰ ਇਹ ਜਿਹੀ ਦੇਖੀ ਨਹੀਂ ਕਦੇ। ਸੋ ਪਹਿਲਾਂ ਤਾਂ ਇਹ ਦੱਸ ਦਈਏ ਵੀ ਕਿਸਾਨਾਂ ਦੇ ਉੱਤੇ ਅਤਿਆਚਾਰ ਕਿਹੜੇ-ਕਿਹੜੇ ਹੋ ਰਹੇ ਨੇ। ਯੂਨਾਈਟਿਡ ਨੇਸ਼ਨਸ ਵੱਲੋਂ ਡਾਇਰੈਕਟ ਗਾਈਡਲਾਈਨਸ ਨੇ ਵੀ ਬੱਚਿਆਂ ਤੇ ਔਰਤਾਂ ਤੇ ਬਜ਼ੁਰਗਾਂ ਦੇ ਉੱਤੇ ਐਕਸੈਸਿਵ ਫੋਰਸ ਯੂਜ਼ ਨਹੀਂ ਕੀਤੀ ਜਾ ਸਕਦੀ ਕਦੇ ਵੀ। ਹੁਣ ਐਕਸੈਸਿਵ ਫੋਰਸ ਦੇ ਵਿੱਚ ਇਨਕਲੂਡਡ ਹੈ ਟੀਅਰ ਗੈਸ ਦੇ ਸ਼ੈਲ ਮਾਰਨੇ ਜਿਹੜੇ ਐਕਸਪਾਇਰਡ ਨੇ। ਉਹ ਭਾਜੀ ਥੋੜਾ ਆਪਦੇ ਆਪ ਨੂੰ ਅਪਡੇਟ ਤਾਂ ਕਰ ਲਿਆ ਕਰੋ। ਜੇ ਕਦੇ ਕੱਲ ਨੂੰ ਯੂਜ਼ ਕਰਨਾ ਵੀ ਪੈ ਜੇ ਕਿਸੇ ਵਾਰ ਜ਼ੋਨ ਦੇ ਵਿੱਚ ਤੁਹਾਨੂੰ, ਉਹ ਟੀਅਰ ਗੈਸ ਵਗੈਰਾ ਘੱਟ ਤੋਂ ਘੱਟ ਇਹਨਾਂ ਦਾ ਰੱਖੋ। ਗੁਰੂ ਗੋਬਿੰਦ ਸਿੰਘ ਜੀ ਵੀ ਤੀਰ ਦੇ ਉੱਤੇ ਸੋਨਾ ਲਾ ਕੇ ਰੱਖਦੇ ਸੀਗੇ। ਥੋੜੀ ਤਾਂ ਕਦਰ ਕਰੋ। ਲੋਕ ਦੁਸ਼ਮਣਾਂ ਦੀ ਕਦਰ ਕਰਦੇ ਨੇ, ਤੁਸੀਂ ਤਾਂ ਦੁਸ਼ਮਣੀ ਦੀ ਵੀ ਮਤਲਬ ਹੱਦ ਟੱਪ ਚੁੱਕੇ ਹੋ ਅੰਗਰੇਜ਼ਾਂ ਦੀ। ਸੋ ਵਾਈਟ ਗੈਸ, ਟੀਅਰ ਗੈਸ ਦੇ ਐਕਸਪਾਇਰਡ ਸ਼ੈਲ ਜਿਹੜੇ ਤੁਸੀਂ ਮਾਰੇ ਨੇ, ਉਹਦਾ ਸਾਰਾ ਰਿਕਾਰਡ ਹੈਗਾ। ਹਿਊਮਨ ਰਾਈਟ ਗਰੁੱਪ ਸਾਰੇ ਇੰਡੀਆ ਨੂੰ ਛੱਡ ਕੇ ਜਾ ਚੁੱਕੇ ਨੇ ਤੁਹਾਡੀ ਬਦੌਲਤ, ਕਿਉਂਕਿ ਤੁਸੀਂ ਰਹਿ ਨਹੀਂ ਦਿੰਦੇ ਕਿਸੇ ਨੂੰ ਸੱਚ ਬੋਲਣ ਵਾਲੇ ਕੰਟਰੀ ਦੇ ਵਿੱਚ। ਸੋ ਹੁਣ ਅਸੀਂ ਦਰਵਾਜ਼ਾ ਖਟਕਾ ਰਹੇ ਹਾਂ ਸੰਯੁਕਤ ਰਾਸ਼ਟਰ ਦਾ, ਯੂਨਾਈਟਿਡ ਨੇਸ਼ਨਸ ਦਾ, ਨਿਊਯਾਰਕ ਦੇ ਵਿੱਚ। ਤੇ ਜਿਹੜਾ ਕਹਿ ਲਓ ਵੀ ਸਭ ਤੋਂ ਮੋਸਟ ਪਾਵਰਫੁਲ ਮੈਨ ਔਨ ਦਿਸ ਫ੍ਰੀ ਅਰਥ ਹੈਗਾ, ਸਾਡੇ ਪ੍ਰੈਜ਼ੀਡੈਂਟ ਜਿਹੜੇ ਹੈਗੇ ਨੇ ਯੂਨਾਈਟਿਡ ਸਟੇਟਸ ਦੇ, ਉਹਨਾਂ ਤੱਕ ਵੀ ਅਸੀਂ ਆਪਦਾ ਮੈਸੇਜ ਲੈ ਕੇ ਆ ਰਹੇ ਹਾਂ ਵੀ ਹਿਊਮਨ ਰਾਈਟ ਦੀਆਂ ਧੱਜੀਆਂ ਉਡਾਉਂਦੀ ਜਾ ਰਹੀ ਹੈ ਸਰਕਾਰ। ਇਹ ਵਾਸਤੇ ਆਵਾਜ਼ ਬੁਲੰਦ ਕਰਨੀ ਹੈ ਕਿ ਨਹੀਂ। ਅਮਰੀਕਨ ਵੈਲਿਊਜ਼, what do the American values stand for? Do they stand for democracy or do they stand for fascism?
ਸੋ ਇਹ ਸਵਾਲ ਪੁੱਛਣਾ ਹੈਗਾ ਅਸੀਂ ਵੀ ਕਦੇ ਕੋਈ ਗਰੀਬ ਬੰਦਾ ਆਵਾਜ਼ ਬੁਲੰਦ ਕਰ ਸਕੂਗਾ ਜਮਹੂਰੀਅਤ ਦੇ ਤਰੀਕੇ ਨਾਲ ਇੰਡੀਆ ਦੇ ਵਿੱਚ, ਕਿ ਇੰਡੀਆ ਬਣ ਕੇ ਰਹਿ ਜਾਊਗਾ ਇੱਕ ਹਿਟਲਰ ਤਾਨਾਸ਼ਾਹੀ ਇਟਲੀ ਦੇ ਮੌਸਲੀਨੀ ਵਰਗਾ, ਕਿ ਕਿਵੇਂ ਦਾ ਹੋਣਾ ਚਾਹੀਦਾ ਉਹ ਦੇਸ਼। ਆਪਾਂ ਗੱਲ ਕਰਦੇ ਹਾਂ, ਪਹਿਲਾਂ ਇੱਕ ਹੋਰ ਵੀਰ ਜੀ ਹੈਗੇ ਨੇ ਜਿਹੜੇ ਕਿ ਉਹਦੇ ਇਤਿਹਾਸ ਪਤਾ ਹੋਵੇ, ਆਦੀ ਮੀਨ ਵੀ ਸੀਗੇ ਅਫਰੀਕਾ ਦੇ ਵਿੱਚ ਜਿਨ੍ਹਾਂ ਨੇ ਇਹੀ ਗੰਦ ਪਾਇਆ। ਸੋ ਆਪਣੇ ਕੋਲ ਸੰਗਤ ਹੋਰ ਹੈਗੀ, ਆਪਾਂ ਸਾਰੇ ਗੱਲ ਕਰਦੇ ਹਾਂ। ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ, ਕੀ ਹਾਲ ਚਾਲ ਹੈ ਜੀ? ਬਹੁਤ ਵਧੀਆ ਹੈ। ਮੈਂ ਡਾਕਟਰ ਸੁਰਿੰਦਰ ਗਿੱਲ ਹਾਂਜੀ ਮੀਡੀਆ ਤੋਂ ਹਾਂ। ਮੈਂ ਭਾਰਤੀ ਕਿਸਾਨਾਂ ਦੀ ਪੂਰਨ ਸਪੋਰਟ ਕਰ ਰਿਹਾ ਹਾਂ, ਕਿਉਂਕਿ ਜੇ ਕਿਸਾਨ ਹੈ ਤੇ ਮੁਲਕ ਹੈ। ਵਿਦਆਊਟ ਕਿਸਾਨ ਕੋਈ ਮੁਲਕ ਜਿਹੜਾ ਉਹ ਕਾਮਯਾਬ ਨਹੀਂ ਹੋ ਸਕਦਾ। ਪਰ ਕੇਂਦਰ ਸਰਕਾਰ ਜਿਹੜੀ ਹੈ ਉਹ ਕਾਲੇ ਕਾਨੂੰਨ ਲਿਆ ਕੇ ਕਿਸਾਨਾਂ ਨੂੰ ਸੜਕਾਂ ਤੇ ਕਰ ਰਹੀ ਹੈ, ਉਹਨਾਂ ਨੂੰ ਘਰਾਂ ਤੋਂ ਬਾਹਰ ਕਰ ਰਹੀ ਹੈ, ਉਹਨਾਂ ਦੀਆਂ ਜ਼ਮੀਨਾਂ ਖੋਹ ਰਹੀ ਹੈ ਔਰ ਉਹਨਾਂ ਤੇ ਅਣਮਨੁੱਖੀ ਤਸ਼ੱਦਦ ਕਰ ਰਹੀ ਹੈ। ਹੁਣ ਤੱਕ 300 ਕਿਸਾਨ ਜਿਹੜਾ ਹੈ ਉਹ ਸ਼ਹੀਦੀਆਂ ਪਾ ਚੁੱਕਾ ਹੋਇਆ, ਜਿਹੜਾ ਕਿ ਸਾਰੀ ਦੀ ਸਾਰੀ ਗਲਤੀ ਸਰਕਾਰ ਦੀ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਤਿੰਨੇ ਕਾਨੂੰਨ ਵਾਪਸ ਲੈ ਕੇ ਉਹ ਉਹਨਾਂ ਕਿਸਾਨਾਂ ਨੂੰ ਘਰੋਂ ਘਰੀ ਭੇਜੇ ਤਾਂ ਕਿ ਉਹ ਖੁਸ਼ਹਾਲ ਜੀਵਨ ਬਤੀਤ ਕਰ ਸਕਣ। ਕਿ ਅੱਜ ਅਸੀਂ ਅਮਰੀਕਾ ਦੀ ਧਰਤੀ ਤੇ ਵਾਈਟ ਹਾਊਸ ਦੇ ਸਾਹਮਣੇ ਸਿੱਖ ਐਸੋਸੀਏਸ਼ਨ ਪਾਰਟੀ ਬੋਰਡ ਦੀ ਸੰਗਤ ਜਿਹੜੀ ਹੈ ਉਹ ਪ੍ਰੋਟੈਸਟ ਕਰ ਰਹੀ ਹੈ, ਜਿਹੜਾ ਪ੍ਰੋਟੈਸਟ ਲਗਾਤਾਰ ਚੱਲਣਾ ਜਿੰਨਾ ਚਿਰ ਇਹ ਕਾਨੂੰਨ ਵਾਪਸ ਹੋਣਗੇ 12 ਤੋਂ 2 ਐਚ ਔਰ ਬਲੈਕ ਲਿਸਟ ਬੈਟਲ ਸਟਰੀਟ ਦੇ ਉੱਤੇ। ਔਰ ਸਾਡੇ ਨਾਲ ਬਾਹਰਲੀਆਂ ਕੰਟਰੀਆਂ ਦੇ ਜਿਹੜੇ ਨੁਮਾਇੰਦੇ ਹੈ ਉਹ ਵੀ ਸਾਡੇ ਨਾਲ ਸ਼ਾਮਲ ਹੋਏ ਆ ਔਰ ਕਿਸਾਨਾਂ ਦੀ ਹਮਾਇਤ ਵਿੱਚ ਖੜੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਡਾਕਟਰ ਸਾਹਿਬ ਇੱਕ ਹੋਰ ਤੁਹਾਨੂੰ ਪੁੱਛਣਾ ਸੀ, ਕਈ ਨੌਜਵਾਨਾਂ ਨੂੰ ਇਹਨਾਂ ਨੇ ਮਤਲਬ ਜੇਲ੍ਹ ਦੇ ਵਿੱਚ ਰੱਖਿਆ ਹੋਇਆ, ਰਿਮਾਂਡ ਕਹਿ ਲਓ ਜੋ ਵੀ ਕਹਿ ਲਓ, ਕੋਈ ਉਹਨਾਂ ਨੂੰ ਜੱਜ ਵੀ ਟਰਾਇਲ ਵੀ ਨਸੀਬ ਨਹੀਂ ਹੋ ਰਹੀ ਹੈਗੀ। 150 ਤੋਂ ਜ਼ਿਆਦਾ ਮਿਸਿੰਗ ਨੇ। ਸੋ ਇਹਦੇ ਵਾਸਤੇ ਬਹੁਤ ਸੰਘਰਸ਼ ਹੋ ਰਿਹਾ, ਉੱਥੇ ਵੀ ਜਥੇਬੰਦੀਆਂ ਕਰ ਰਹੀਆਂ ਨੇ। ਇਹ ਦੱਸੋ ਵੀ ਇਹ ਜਮਹੂਰੀਅਤ ਦਾ ਤਰੀਕਾ ਹੈਗਾ ਵੀ ਕਿਸੇ ਨੂੰ ਵਿਦਆਊਟ ਇੱਕ ਲਾਇਰ ਹੈਲਪ ਤੇ ਜਾਂ ਜਿਵੇਂ ਵੀ ਉਹਨੂੰ ਰੱਖਣਾ ਹੈਗਾ? ਇਹ ਕੋਈ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨਹੀਂ ਹੋ ਰਹੀ ਯੁਵਕਾਂ ਨਾਲ? ਇਹ ਬਿਲਕੁਲ ਹਿਊਮਨ ਰਾਈਟਸ ਦੀ ਉਲੰਘਣਾ ਹੈ ਜੀ। ਔਰ ਕਿਉਂਕਿ ਹਿੰਦੁਸਤਾਨ ਨੇ ਇੱਕ ਨਵਾਂ ਕਾਨੂੰਨ NCR ਬਣਾਇਆ ਹੈ, ਉਹਦੇ ਤਹਿਤ ਉਹ ਕੋਈ ਵੀ ਚਾਰਜ ਲਾ ਕੇ ਅੰਦਰ ਕਰ ਸਕਦੇ ਔਰ ਜਿੰਨਾ ਮਰਜ਼ੀ ਕੋਈ ਰਿਮਾਂਡ ਨਹੀਂ, ਕੁਛ ਨਹੀਂ ਹੈ। ਔਰ ਇਹ ਸਾਰਾ ਹਿਊਮਨ ਰਾਈਟਸ ਦੀ ਉਲੰਘਣਾ ਹੈ। ਔਰ ਜਿਹੜਾ UN ਦੀ ਧਾਰਾ ਹੈ ਉਹਦੀ ਉਲੰਘਣਾ ਹੈ। ਔਰ ਚੈਲੰਜ ਕਰਨ ਵਾਸਤੇ ਸਾਰੇ ਮੁਲਕਾਂ ਦੇ ਜਿਹੜੇ ਨੁਮਾਇੰਦੇ ਆ ਉਹ ਇਕੱਠੇ ਹੋ ਕੇ UN ਜਾ ਰਹੇ ਆ ਔਰ ਇੱਕ ਰੈਲੀ ਜਿਹੜੀ ਹੈ ਹਿਊਮਨ ਰਾਈਟਸ ਦੀ 20 ਤਰੀਕ ਨੂੰ ਕਰਨ ਜਾ ਰਹੇ ਆ ਤੋਂ ਵਾਈਟ ਹਾਊਸ ਤੱਕ। ਉਹਦੇ ਵਿੱਚ ਸਰਕਾਰ ਨੂੰ ਦਿਖਾ ਦੇਣਗੇ ਜਿਹੜੀ ਜਮਹੂਰੀਅਤ ਦੇ ਵਿੱਚ ਉਲੰਘਣਾ ਕਰਨ ਵਾਲਾ ਉਹ ਕਦੇ asking President Joe Biden's administration we ask you to give full equipment bombers so they can continue to feed the people in India. Please, we have come advocate for help. Thank you. Thank you so much. And you're probably we farm you eat, huh? Yes, sir. Take care of it. ਥੋੜਾ ਸ਼ਬਦ ਕਰਨਾ ਮੱਕੀ ਦੀ ਦੁਕਾਨ ਦਾ ਲੰਘਣ ਤੇ ਹੋਰ ਜਗ੍ਹਾ ਦੇ ਵਿੱਚ ਤੇ ਕਿਸਾਨ ਯੁਵਕਾਂ ਦੇ ਔਰ ਹੀ ਇੰਡੀਆ ਤੇ ਆਲ ਓਵਰ ਜਿੱਥੇ ਵੀ ਆਪਾਂ ਹੋਣਗੇ ਨੇ ਆਪਣੇ ਜਿਹੜੀ ਇੰਡੀਆ ਦੇ ਵਿੱਚ ਵਾਇਲੇਸ਼ਨ ਹੋ ਰਹੀ ਆ ਬਿਨਾਂ ਕਿਸੇ ਲਾਅ ਦੇ ਨੌਜਵਾਨਾਂ ਨੂੰ ਤੇ ਨੌਜਵਾਨ ਲੱਗੀਆਂ ਹੋਈਆਂ ਸ਼ਾਂਤੀਪੂਰਵਕ ਤੇ ਜੇਲ੍ਹਾਂ ਵਿੱਚ ਦਿੱਤਾ ਜਾ ਰਿਹਾ, ਉਹਨਾਂ ਨੂੰ ਕੋਈ ਕੀਤਾ ਜਾ ਰਿਹਾ। ਬਿਲਕੁਲ ਜਿਹੜੀ ਗੌਰਮੈਂਟ ਹੈ ਇਹ ਵੱਲ ਨੂੰ ਵੱਧ ਰਹੀ ਹੈਗੀ ਹੈ। ਇਸ ਦੀ ਬਹੁਤ ਨਿੰਦਾ ਕਰਨੇ ਤੇ ਇਸ ਵੇਲੇ ਵਾਈਟ ਹਾਊਸ ਦੇ ਸਾਹਮਣੇ ਇਸ ਗੌਰਮੈਂਟ ਦੇ ਕੋਲ ਅਸੀਂ ਕਰ ਰਹੇ ਹਾਂ। ਸਾਨੂੰ ਇੰਡੀਅਨ ਗੌਰਮੈਂਟ ਦੇ ਉੱਪਰ ਪੂਰਾ ਦਬਾਅ ਆਵੇ ਕਿ ਜਿਹੜੇ ਕਿ ਹਿਊਮਨ ਰਾਈਟਸ ਉਲੰਘਣਾ ਨਾ ਕਰਨ। ਵਾਹਿਗੁਰੂ ਜੀ। ਸੋ ਵਾਰੀ ਕਹਿ ਰਹੇ ਨੇ ਵੀ ਅੰਦੋਲਨ ਜਿਹੜਾ ਹੈਗਾ ਜੀ ਵੀ ਕਿਸਾਨ ਫਰੈਂਡਲੀ, ਕਿਸਾਨ ਤਾਂ ਉਹਨਾਂ ਦੇ ਨਾਲ ਹੈ, ਸਰਕਾਰ ਦੇ ਤਾਂ ਸਿੱਖਾਂ ਦਾ ਅੰਦੋਲਨ ਹੈ। ਆਪਾਂ ਦੇਖ ਰਹੇ ਹਾਂ ਵੀ ਜਿਵੇਂ ਸੁਸਾਈਡ ਰੇਟ ਸਭ ਤੋਂ ਵੱਧ ਹੈਗਾ ਜਿਹੜਾ ਉਹ ਮਹਾਰਾਸ਼ਟਰ, ਤੇਲੰਗਾਨਾ, ਕਰਨਾਟਕਾ ਦੇ ਵਿੱਚ ਹੈਗਾ। ਸਿੱਖਾਂ ਦੀ ਤਾਂ ਮੈਂ ਕਹੂੰਗਾ ਵੀ ਆਪਾਂ
ਬਹੁਤ ਵੀ ਕਹ ਲਓ ਵੀ ਖੁਸ਼ ਨਸੀਬ ਆ ਵੀ ਪੰਜਾਬ ਦੀ ਧਰਤੀ ਪੈਦਾ ਹੋਏ ਸਭ ਤੋਂ ਪ੍ਰੋਗਰੈਸਿਵ ਫਾਰਮਰ ਪੰਜਾਬ ਦਾ, ਜਿਹਨੂੰ ਆਪਾਂ ਕੰਪੇਅਰ ਕਰ ਸਕਦੇ ਦੁਨੀਆ ਦੇ ਕਿਸੇ ਵੀ ਫਾਰਮਰ ਨਾਲ। ਤੇ ਇਹ ਆਪਾਂ ਨੂੰ ਦੱਸ ਰਹੇ ਨੇ ਕਿ ਆਪਣਾ ਅੰਦੋਲਨ ਹੁਣ ਸੋਚਣਾ ਹੋਵੇ, ਇਹ ਅੰਦੋਲਨ ਆਪਣਾ ਹੈਗਾ। ਮੈਨੂੰ ਲੱਗਦਾ ਆਪਾਂ ਤਾਂ ਜੰਗ ਜਿੱਤ ਗਏ, ਆਪਾਂ ਉਹਦੇ ਬੱਚੇ ਜਿੱਤ ਗਏ, ਸਾਰਾ ਕੁਝ ਆਪਾਂ ਜਿੱਤ ਲਿਆ। ਕਹਿ ਲਓ ਵੀ ਥੈਂਕ ਯੂ ਟੂ ਮੋਦੀ ਜੀ ਵੀ ਆਪਾਂ ਸਾਰੇ ਆਪਣਾ ਪੰਜਾਬ ਇਕੱਠ ਭਾਈਚਾਰਾ ਹੈਗਾ, ਹਰਿਆਣਾ ਇਕੱਠਾ ਕਰ ਲਿਆ। ਸਾਡਾ ਤਾਂ ਅੰਦੋਲਨ ਤੁਸੀਂ ਦੱਸੋ ਇਹ ਕਿਹਦਾ ਅੰਦੋਲਨ ਹੈ ਜੀ? ਇਹ ਗੱਲ ਥੋੜੀ ਇਹ ਸਾਰੇ ਭਾਰਤ ਦਾ ਅੰਦੋਲਨ ਹੈ। ਹਾਂਜੀ ਇਹ ਕੱਲਾ ਕੋਈ ਪੰਜਾਬ ਦਾ ਜਾਂ ਸਿੱਖਾਂ ਦਾ ਅੰਦੋਲਨ ਨਹੀਂ ਹੈ, ਕਿਉਂਕਿ ਜਿਹੜੇ ਪੰਜਾਬ ਦੇ ਕਿਸਾਨ ਨੇ ਉਹ ਤਾਂ ਖੁਸ਼ਹਾਲ ਨੇ, ਕਿਉਂਕਿ ਉਹਨਾਂ ਦਾ ਜਿਹੜਾ ਅਮਰੀਕਨ ਸਿਸਟਮ ਬਹੁਤ ਵਧੀਆ ਹੈ। ਹਾਂਜੀ ਉਹਨਾਂ ਨੇ ਪਿਛਲੇ 30 35 40 ਸਾਲ ਤੋਂ ਬੜੀ ਤਰੀਕੇ ਨਾਲ ਚਲਾਇਆ ਹੋਇਆ ਹੈ। ਬੈਸਟ ਇਨ ਦ ਵਰਲਡ ਹੀ ਹੈ ਜੀ। ਉਹਨੂੰ ਤੋੜਨ ਵਾਸਤੇ ਹੁਣ ਜਿਹੜੀ ਮੋਦੀ ਸਰਕਾਰ ਆ ਪੰਜਾਬ ਤੇ ਹਰਿਆਣੇ ਦੇ ਜਿਹੜੇ ਸਿਸਟਮ ਨੂੰ ਤੋੜਨ ਵਾਸਤੇ ਉਹ ਇੱਕ ਕੋਸ਼ਿਸ਼ ਕਰ ਰਹੇ ਕਿ 3 ਬਿੱਲ ਲੈ ਕੇ ਆਂਦੇ ਆ। ਹਾਂਜੀ ਉਹ 3 ਬਿੱਲ ਜਿਹੜੇ ਆ ਉਹ ਉਹਦਾ ਰੀਜ਼ਨ ਦੱਸਦੇ ਨੇ ਕਿ ਇੱਕ ਜੇ ਤੁਸੀਂ ਬੱਸ ਦੀ ਸੇਵਾ ਲੈ ਰਹੇ ਜੇ ਤੇ ਨਾਲ ਤੁਹਾਨੂੰ ਇੱਕ ਗੱਡੀ ਦੀ ਸੇਵਾ ਜਿਹੜੀ ਆ ਪ੍ਰੋਵਾਈਡ ਕਰ ਦਿੱਤੀ ਜਾਏਗੀ ਓਪਨ ਮਾਰਕੀਟ ਕਰਕੇ। ਹੁਣ ਹੋਣਾ ਕੀ ਹੈ, ਉਹ ਜਿਹੜੀ ਸੇਵਾ ਇਹਨਾਂ ਨੇ ਦੂਜੀ ਸਟਾਰਟ ਕੀਤੀ ਹੈਗੀ ਜਿਹੜੀ ਗੱਡੀ ਦੀ, ਉਹਦੇ ਇਹਨਾਂ ਨੇ 1-2 ਸਾਲ ਕਿਰਾਏ ਬਿਲਕੁਲ ਘੱਟ ਕਰਨੇ, ਵਧੀਆ ਫਸਲਾਂ ਦੇ ਮੁੱਲ ਦੇਣੇ ਆ। ਉਸ ਤੋਂ ਬਾਅਦ ਉਹਨਾਂ ਨੇ ਜਿਹੜੀ ਬੱਸ ਸਰਵਿਸ ਉਹ ਬੰਦ ਕਰ ਦੇਣੀ ਆ, ਉਹ ਮੋਨੋਪੋਲੀ ਹੋ ਜਾਣੀ ਆ। ਉਹ ਜਿਹੜੀ ਮੋਨੋਪੋਲੀ ਹੈਗੀ ਜਿਹੜੇ ਕਾਰਪੋਰੇਟ ਘਰਾਣਿਆਂ ਦੀ, ਉਹ ਬਾਅਦ ਦੇ ਵਿੱਚ ਤੁਹਾਨੂੰ ਮੁੜ ਕੇ ਸੜਕਾਂ ਤੇ ਰੋਲੇਗੀ। ਉਹਦੇ ਵਿੱਚ ਕੱਲਾ ਕਿਸਾਨ ਨਹੀਂ ਮਾਰਿਆ ਜਾਏਗਾ, ਉਹਦੇ ਵਿੱਚ ਮਜ਼ਦੂਰ ਸ਼ਹਿਰੀ ਸਾਰੇ ਹੀ ਉਹਦੇ ਵਿੱਚ ਉਹਦੇ ਲਪੇਟ ਚ ਆਉਣਗੇ। ਨਹੀਂ ਪਰ ਇਹ ਓਪਨ ਮਾਰਕੀਟ ਵਾਲੇ ਕਾਨੂੰਨ ਤੇ ਵੀ ਚਲੋ ਆਪਾਂ 2 ਮਿੰਟ ਗੱਲ ਕਰੀਏ। ਕਾਨੂੰਨ ਤਾਂ ਸ਼ੁਰੂ ਤੋਂ ਹੀ ਓਪਨ ਹੈ, ਤੁਸੀਂ ਕਿਤੇ ਮਰਜ਼ੀ ਜਾ ਕੇ ਫਸਲ ਵੇਚ ਦਿਓ ਇੰਡੀਆ 'ਚ, ਕੋਈ ਇਹੋ ਜਿਹਾ ਰੋਕ ਟੋਕ ਹੈ ਨਹੀਂ। ਉਹ ਠੀਕ ਕਰਵਾ ਚੁੱਕੇ ਨੇ ਕਿਸਾਨ। ਪਰ ਜਿਹੜੀ ਓਪਨ ਮਾਰਕੀਟ ਦੀ ਪਰਿਭਾਸ਼ਾ ਹੈ, ਕਿਉਂਕਿ ਕਿਸੇ ਅਰਥ ਸ਼ਾਸਤਰੀ ਨੂੰ ਪੁੱਛਿਆ ਨਹੀਂ ਅੱਜ ਦੇ ਮਾਦੇ ਪੁੱਤਾਂ ਨੇ ਵੀ ਓਪਨ ਮਾਰਕੀਟ ਹੁੰਦੀ ਕੀ ਹੈ। ਓਪਨ ਮਾਰਕੀਟ ਹੁੰਦੀ ਨਿਊਯਾਰਕ ਸਟਾਕ ਐਕਸਚੇਂਜ ਸਿੰਗਲ ਪਲੇਟਫਾਰਮ, ਜਿੱਥੇ ਸਾਰੇ ਆਏ ਕੁਝ ਵੀ ਵੇਚ ਸਕਣ। ਅੱਡ ਮਾਰਕੀਟ ਦੇ ਟੁਕੜੇ ਕਰਨ ਦਾ ਸ਼ੋਸ਼ਣ ਕਰਨਾ ਹੋਇਆ। ਜੇ ਮੰਨ ਲਓ ਆਪਾਂ ਕਹਿ ਲਈਏ ਵੀ ਮਾਈਕਰੋਸਾਫਟ ਦਾ ਸਟਾਕ ਵਿਕ ਰਿਹਾ ਨਿਊਯਾਰਕ ਪ੍ਰਾਈਸ ਦੇ ਉੱਤੇ $1200 ਦਾ, ਉਹ ਵਿਕ ਰਿਹਾ ਇੰਡੀਆ ਸਟਾਕ ਐਕਸਚੇਂਜ $1000 ਦਾ, ਉਹ ਵਿਕ ਰਿਹਾ ਕੈਨੇਡੀਅਨ ਇੱਕ ਸਟਾਕ ਐਕਸਚੇਂਜ ਦੀ ਹੋ ਸਕਦਾ ਨਾ ਤੁਹਾਡਾ ਸਟਾਕ ਹੈ ਤਾਂ ਹੈ ਨਹੀਂ ਵੀ ਤੁਸੀਂ ਫ੍ਰੀ ਮਾਰਕੀਟ ਦੇ ਵਿੱਚ ਇੱਕ ਜਗ੍ਹਾ ਤੋਂ ਖਰੀਦੋਗੇ। ਉਹਦੇ ਉੱਤੇ ਬਿਡਿੰਗ ਹੋਣੀ ਹੈ, ਡਿਮਾਂਡ ਤੇ ਮਾਰਕੀਟ ਦੇ ਫੋਰਸਸ ਪਲੇ ਕਰਨਗੇ, ਡਿਮਾਂਡ ਸਪਲਾਈ ਦੇ, ਉਹਦੇ ਨਾਲ ਡਿਸਾਈਡ ਹੋਊਗੀ ਪ੍ਰਾਈਸ ਉਸ ਕਮੋਡਿਟੀ ਦੀ। ਤੇ ਬਿਡਿੰਗ ਸਟਾਰਟ ਹੋਣੀ ਚਾਹੀਦੀ MSP ਤੋਂ। ਇਹਨਾਂ ਨੇ ਜੋ ਕੀਤਾ ਪ੍ਰੋਬਲਮ ਸੀਗੀ ਐਕਸੈਸਿਬਿਲਿਟੀ ਟੂ ਮਾਰਕੀਟ ਦੀ, ਕਿਉਂਕਿ ਮਾਰਕੀਟਾਂ ਹੀ ਨਹੀਂ ਸੀਗੀਆਂ। ਪੰਜਾਬ ਤੇ ਹਰਿਆਣੇ ਵਿੱਚ ਹੀ ਸਾਰੀ ਮਾਰਕੀਟਾਂ ਨੇ ਤੇ ਦੂਜੇ ਪਾਸੇ ਕੋਈ ਮਾਰਕੀਟ ਹੈ ਨਹੀਂ। ਤੈਨੂੰ ਪੁੱਛਣਾ ਚਾਹੀਦਾ ਵੀ ਤੁਸੀਂ ਓਪਨ ਮਾਰਕੀਟ ਬਣਾਤੀ। ਗੁਜਰਾਤ ਦਾ ਕਿਸਾਨ ਓਪਨ ਮਾਰਕੀਟ ਦੇ ਵਿੱਚ ਆਪਦੀ 2 ਕੁਆਂਟਲ ਹੈਲੀਕਾਪਟਰ ਤੇ ਲੈ ਕੇ ਜਾਊਗਾ ਬੰਗਾਲ, ਵੀ ਕਿਵੇਂ ਜਾਊਗਾ ਲੈ ਕੇ? ਉਹ ਤਾਂ 20 ਕਿਲੋਮੀਟਰ ਨਹੀਂ ਜਾ ਸਕਦਾ ਵੇਚਣ। 20 ਕਿਲੋਮੀਟਰ ਜਾਣ ਵਾਸਤੇ ਸਮਰਥ ਹੈ ਨਹੀਂ ਇੰਡੀਆ ਦਾ ਕਿਸਾਨ। ਪੰਜਾਬ ਦੇ ਕਿਸਾਨ ਖੁਸ਼ਹਾਲ ਹੈ, ਆਪਣੇ ਕੋਲ ਟਰੈਕਟਰ ਟਰਾਲੀਆਂ ਨੇ, ਉਹਨਾਂ ਕੋਲੇ ਕੁਝ ਵੀ ਹੈ ਨਹੀਂ। ਉਹਨਾਂ ਦੀ ਹੋਰ ਜ਼ਿਆਦਾ ਮਾੜੀ ਹਾਲਤ ਹੋਗੀ। ਪਰ ਉਹਨਾਂ ਨੇ ਮੇਨ ਫੋਕਸ ਜਿਹੜਾ ਕੀਤਾ ਨਾ, ਉਹ ਕੀਤਾ ਇਸੇ ਚੀਜ਼ ਤੇ ਵੀ ਜਿਹੜਾ ਹਰਿਆਣਾ ਤੇ ਪੰਜਾਬ ਆ ਜਿਹੜੀ MSP ਇਹਨਾਂ ਨੂੰ ਮਿਲਦੀ, ਉਹ ਤਾਂ ਸਾਰੇ ਲਾਗੂ ਹੋਣੀ ਚਾਹੀਦੀ ਸੀ ਭਾਰਤ ਦੇ ਵਿੱਚ। ਉਹ ਆਪਣੇ ਤੋਂ ਵੀ ਲੈਣਾ, ਉਹ ਸਾਡੇ ਤੋਂ ਵੀ ਖੋਣ ਨੂੰ ਫਿਰਦੇ ਨੇ ਕਿ ਇਹਨਾਂ ਕੋ ਵੀ ਖੋ। ਇਹ ਮਾਡਲ ਜਿਹੜਾ ਸੀ ਸਾਰੇ ਲਾਗੂ ਹੋਣਾ ਚਾਹੀਦਾ ਹੈ ਭਾਰਤ ਅੰਦਰ। ਪਰ ਇਹ ਹੁਣ ਇੱਥੋਂ ਦੀਆਂ ਜਿਹੜੀਆਂ ਅਮਰੀਕਾ ਦੀਆਂ ਜਿਹੜੀਆਂ ਕਿਸਾਨ ਨੀਤੀਆਂ ਨੇ ਉਹਦੇ ਤੇ ਚੱਲਣ ਦੀ ਕੋਸ਼ਿਸ਼ ਕਰ ਰਹੇ ਨੇ। ਇੱਥੋਂ ਦੀਆਂ ਗਵਰਨਮੈਂਟਾਂ ਬੜੀਆਂ ਰਿਚ ਨੇ, ਪਾਵਰ ਨੇ, ਪਾਵਰਫੁਲ ਨੇ। ਇਹ ਤਾਂ ਆਪਣੇ ਕਿਸਾਨਾਂ ਨੂੰ ਸਾਂਭ ਸਕਦੀਆਂ ਸਬਸਿਡੀ ਦੇ ਕੇ। ਜਿਹੜੀਆਂ ਉੱਥੋਂ ਦੀਆਂ ਗਵਰਨਮੈਂਟਾਂ ਨੇ ਉਹਨਾਂ ਸਬਸਿਡੀ ਕੀ ਦੇਣੀ ਆ? ਉਹ 600 ਰੁਪਇਆ ਕਿ 500 ਰੁਪਇਆ ਦਿੰਦੇ ਆ, 6000 ਰੁਪਇਆ ਸਾਲ ਦਾ। ਉਹ ਇਸ ਕਰਕੇ ਇਹਨਾਂ ਦਾ ਇਹ ਜਿਹੜੇ ਕਾਲੇ ਕਾਨੂੰਨ ਨੇ ਇਹਨਾਂ ਦਾ ਬਹੁਤ ਵੱਡਾ ਨੁਕਸਾਨ ਹੋਣ ਵਾਲਾ ਸਾਰੇ ਵਰਗਾਂ ਨੂੰ ਹੋਏਗਾ। ਇਹਦੇ ਵਿੱਚ ਕੱਲਾ ਕਿਸਾਨ ਨਹੀਂ ਪੀਸਿਆ ਜਾਏਗਾ, ਇਹਦੇ ਵਿੱਚ ਸਾਰੇ ਵਰਗ ਪੀਸੇ ਜਾਣਗੇ। ਅਸੀਂ ਇਹ ਇੱਕ ਰਿਕਵੈਸਟ ਵੀ ਕਰਦੇ ਆ ਕਿ ਸਾਰਿਆਂ ਨੂੰ ਇਹਦੇ ਵਿੱਚ ਉੱਪਰ ਉੱਠ ਕੇ ਆਪਣੇ ਧਰਮਾਂ ਤੋਂ, ਕਿਉਂਕਿ ਇਹਨਾਂ ਧਰਮਾਂ 'ਚ ਪਾ ਦੇਣਾ। ਇਹਨਾਂ ਨੇ ਬੜੀਆਂ ਕੋਸ਼ਿਸ਼ਾਂ ਕੀਤੀਆਂ ਨੇ, ਖਾਲਿਸਤਾਨੀ, ਪਾਕਿਸਤਾਨੀ, ਚਾਈਨੀਜ਼, ਬੜਾ ਕੁਝ ਕਿਹਾ ਹੈ। ਪਰ ਚਲੋ ਕਿਸਾਨ ਜਿਹੜੇ ਆ ਉਹਨਾਂ ਨੇ ਇੱਕ ਸ਼ਾਂਤ ਪੀਸਫੁਲੀ ਜਿਹੜਾ ਵਾ ਇਹ ਪ੍ਰੋਟੈਸਟ ਜਿਹੜਾ ਕੀਤਾ ਵਾ, ਤੇ ਅਸੀਂ ਇਹ ਪ੍ਰੋਟੈਸਟ ਦੇ ਨਾਲ ਆਪਣੇ ਅਖੀਰਲੇ ਦਮ ਤੱਕ ਰਵਾਂਗੇ। ਮਹਾਰਾਜ ਕਿਰਪਾ ਕਰਨ, ਚੜ੍ਹਦੀ ਕਲਾ ਬਖਸ਼ਣ ਸਾਰਿਆਂ ਨੂੰ। ਜਿਹੜੇ ਮੇਰੇ ਵੀਰ ਭਰਾ ਉੱਥੇ ਡਟੇ ਹੋਏ ਨੇ, ਜਿਹੜੇ ਦਿੱਲੀ ਬਾਰਡਰਾਂ ਤੇ, ਜਿਹੜੇ ਹੋਰ ਵੀ ਬਾਹਰਲੀਆਂ ਕੰਟਰੀਆਂ ਦੇ ਵਿੱਚ ਇਹ ਸਪੋਰਟ ਕਰਦੇ ਨੇ, ਮਹਾਰਾਜ ਨੂੰ ਚੜ੍ਹਦੀਆਂ ਕਲਾ ਬਖਸ਼ਣ, ਕਿਰਪਾ ਰੱਖਣ, ਉਹਨਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਤੇ ਅਸੀਂ ਹਮੇਸ਼ਾ ਉਹਨਾਂ ਦੇ ਨਾਲ ਆ, ਚੜ੍ਹਦੀ ਕਲਾ 'ਚ ਰਹਿਣ। ਬਿਲਕੁਲ ਕਿਸਾਨਾਂ ਦੇ ਨਾਲ ਸਾਰੇ ਉਰੇ ਦੇ, ਬਲਕਿ ਮੈਂ ਤਾਂ ਦੇਖਦਾ ਬਹੁਤ ਭਰਾਵਾਂ ਨੂੰ ਮਿਲਦਾ। ਕੋਈ ਭਰਾ ਮੁਸਲਮਾਨ ਹੈ, ਕੋਈ ਹਿੰਦੂ ਹੈ। ਮੈਂ ਦੇਖਿਆ ਇੱਕ ਜਿੰਦਲ ਸਾਹਿਬ ਮਿਲੇ ਸਾਨੂੰ ਨਿਊਯਾਰਕ, ਉਹ ਮਤਲਬ ਹਿੰਦੂ ਫੈਮਿਲੀ। ਇਹ ਵੀ ਨਾਲੇ ਵਿਚਾਰਯੋਗ ਹੈ ਵੀ ਜਿਹੜਾ ਗਾਣਾ ਆਇਆ ਸੀ ਪਗੜੀ ਸੰਭਾਲ ਜੱਟਾ, ਜਿਹੜੀ ਪੋਇਮ ਸੀ ਉਹ ਲਾਲੇ ਬਾਂਕਾ ਦਿਆਲ ਜੀ ਨੇ ਲਿਖੀ ਸੀ, ਉਹ ਵੀ ਹਿੰਦੂ ਸੀ। ਤੇ ਸਾਰੇ ਹਿੰਦੂ ਸ਼ੁਰੂ ਤੋਂ ਨਾਲ ਹੀ ਰਹੇ ਨੇ। ਇਹਦੇ ਵਿੱਚ ਕੋਈ ਹਿੰਦੂ ਸਿੱਖ ਵਾਲਾ ਗੱਲ ਨਹੀਂ, ਖਾਣਾ ਸਾਰੇ ਖਾਂਦੇ ਨੇ ਤੇ ਫਸਲਾਂ ਦਾ ਕੋਈ ਧਰਮ ਨਹੀਂ ਤੇ ਨਾ ਹੀ ਕਿਸਾਨਾਂ ਦਾ ਕੋਈ ਧਰਮ ਹੈ। ਨਾ ਕੋਈ ਕਿਸਾਨ ਦਾ ਕਦਾ ਧਰਮ ਹੈ, ਉਹ ਤਾਂ ਅੰਨਦਾਤਾ ਹੈ ਬਸ। ਅੰਨਦਾਤਾ ਹੈ।
ਬਸ। ਤੇ ਤੁਸੀਂ ਅੰਨਦਾਤਾ ਨੂੰ ਸੜਕਾਂ ਤੇ ਰੋਲਣ ਦੇ 3.5 ਮਹੀਨੇ ਹੋ ਗਏ ਨੇ। ਸਾਡੇ ਆਪਣੇ ਪੰਜਾਬ ਚ ਪਰਿਵਾਰ ਨੇ, ਉਹ ਆਣ ਕੇ ਦਿੱਲੀ ਬੈਠੇ ਨੇ 3-3 ਮਹੀਨੇ ਹੋ ਗਏ, 3.5 ਮਹੀਨੇ ਹੋ ਗਏ ਨੇ। ਕਿੰਨਾ ਕੁ ਚਿਰ ਗਵਰਨਮੈਂਟ ਜਿਹੜੀ ਕਿੰਨਾ ਕੁ ਅਤਿਆਚਾਰ ਕਰੇਗੀ? ਇਹਨਾਂ ਨੇ ਕੀ ਕੁਛ ਨਹੀਂ ਕਰਕੇ ਵੇਖ ਲਿਆ ਕਿਸਾਨਾਂ ਦੇ ਨਾਲ। ਹੁਣ ਹੀ ਕੋਈ ਸ਼ਰਮ ਕਰ ਲੈਣ ਥੋੜੀ ਬਹੁਤੀ। ਤੇ ਕਮ ਸੇ ਕਮ 300 ਤੋਂ ਉੱਤੇ ਜਿਹੜੇ ਕਿਸਾਨ ਉਹ ਸ਼ਹੀਦ ਹੋ ਚੁੱਕੇ ਨੇ। ਹੁਣ ਕੋਈ ਮਾੜਾ ਮੋਟਾ ਦੀ ਹਿਊਮਨ ਰਾਈਟਸ ਦਾ ਇਹਨਾਂ ਨੂੰ ਕੋਈ ਹੋਣਾ ਚਾਹੀਦਾ। ਇਹਨਾਂ ਨੇ ਕੀ ਗੰਦ ਪਾਇਆ ਹੋਇਆ ਹਿੰਦੁਸਤਾਨ ਦੇ ਵਿੱਚ? ਇਹ ਇਨਸਾਨ ਹੀ ਨਹੀਂ ਸਮਝਦੇ ਜੀ। ਜਿਵੇਂ ਅਮਰੀਕਾ ਦੇ ਵਿੱਚ ਸੀਗਾ ਨਾ ਕਾਫੀ ਸਾਲ ਪਹਿਲਾਂ, ਜਦੋਂ ਉਰੇ ਦੇ ਲੋਕ ਸੀ ਜਿਹੜੇ ਜਿਹਨਾਂ ਨੂੰ ਆਪਾਂ ਨੇਟਿਵ ਅਮਰੀਕਨ ਕਹਿੰਦੇ ਆ, ਉਹਨਾਂ ਨੂੰ ਨਬਰਾਸਕਾ ਦੀ ਅਦਾਲਤ ਦੇ ਵਿੱਚ ਕੇਸ ਲੱਗਿਆ ਬਹੁਤ ਪਹਿਲਾਂ। ਉਹ ਬੰਦਾ ਜਿੱਤ ਗਿਆ ਜਿਹੜਾ ਅੰਗਰੇਜ਼ ਸੀਗਾ, ਤੇ ਉਹਨਾਂ ਨੇ ਹਿਊਮਨ ਹੀ ਨਹੀਂ ਮੰਨਿਆ ਉਹਨੂੰ, ਜਿਹੜਾ ਉਹਦੇ ਖਿਲਾਫ ਉਹਨੂੰ ਐਨੀਮਲ ਵਾਲੀ ਕੈਟੇਗਰੀ ਦੇ ਵਿੱਚ ਰੱਖਿਆ ਉਹਨਾਂ ਨੇ। ਸਮਝਦੇ ਨਾ ਵੀ ਹਿਊਮਨ, ਇਹ ਵੀ ਬਹੁਤ ਜਿਹੜੇ ਉਹ ਸੈਵੇਜਸ ਕਹਿੰਦੇ ਸੀ ਇਹਨਾਂ ਨੂੰ ਪ੍ਰੋਪਾਗੈਂਡਾ ਹੀ ਐਵੇਂ ਦਾ ਬਣਾ ਦਿੰਦੇ ਸਰਕਾਰ ਨੈਰੇਟਿਵ। ਉਹਦਾ ਨੈਰੇਟਿਵ ਇਹਨਾਂ ਨੇ ਬਿਲਡ ਕਰ ਦਿੱਤਾ ਹੁਣ ਆਪਣੇ ਵਾਸਤੇ। ਵੀ ਕਹਿ ਲਓ ਵੀ ਧੱਕੇ ਨਾਲ ਇਹਨਾਂ ਨੇ ਹਰੇਕ, ਕਹਿ ਲਓ ਵੀ ਸਭ ਤੋਂ ਵੱਧ ਪੰਜਾਬ ਆਉਂਦੇ ਨੇ, ਉਹ ਜਿਹੜਾ ਅਰਥ ਦੇ ਵਿੱਚ ਪੰਜਾਬ ਨੇ ਕੀਤੀ ਹੈ। ਅੱਜ ਇਹਨਾਂ ਨੂੰ ਪੰਜਾਬੀ ਬੋਲਣ ਵਾਲਾ, ਪੱਗ ਬੰਨਣ ਵਾਲਾ ਕਿਸਾਨ ਹਮੈਤੀ ਇਹਨਾਂ ਨੇ ਖਾਲਿਸਤਾਨੀ ਕਹਿਣਾ ਉਹਨੂੰ। ਜੇ ਕੋਈ ਮੋਨਾ ਹੈਗਾ ਉਹਨੂੰ ਕਹਿ ਦੇਣਗੇ ਜੀ ਰੋਡਾ ਖਾਲਿਸਤਾਨੀ ਹੈ। ਮੈਨੂੰ ਪੁੱਛਣਾ ਸਰਟੀਫਿਕੇਟ ਦਿੰਦੇ ਨੇ ਹਰੇਕ ਕਿਸੇ ਨੂੰ, ਇਹ ਬਿਨਾਂ ਪੁੱਛੇ। ਜੇ ਕਿਸੇ ਨੇ ਟੋਪੀ ਪਾ ਕੇ ਹੱਕ ਮੰਗ ਲਿਆ ਉਹ ਪਾਕਿਸਤਾਨੀ ਹੈ। ਜੇ ਕਿਸੇ ਦੀ ਜ਼ਮੀਨ ਨੇ ਦੱਬ ਲਈ ਉਹ ਨਕਸਲਾਈਟ ਹੈ ਜੀ, ਠੀਕ ਹੈ ਨਾ। ਜੇ ਸ਼ਹਿਰ 'ਚ ਰਹਿਣਾ ਹੋਇਆ ਹੈਗਾ ਉਹਨੂੰ ਅਰਬਨ ਨਕਸਲਾਈਟ ਕਹਿ ਦੇਣਗੇ। ਜੇ ਕਿਸੇ ਦੀ ਭੈਣ ਚੱਕ ਲਈ ਉਹ ਤੇ ਗੋਲੀਆਂ ਚਲਵਾ ਦੀਆਂ ਫਿਰ ਉਹ ਡਾਕੂ ਹੋ ਗਿਆ। ਇਹ ਨੈਰੇਟਿਵ ਬਿਲਡ ਕਰ ਦਿੰਦੇ ਨੇ ਹਰੇਕ ਕਿਸੇ ਦੇ ਖਿਲਾਫ ਜੀ। ਧਰਮ ਦੇ ਆਧਾਰ ਤੇ ਨੈਰੇਟਿਵ ਬਿਲਡ ਜਿਹੜਾ ਇਹ ਹੁਣ ਆਪਣਾ ਬੀਜੇਪੀ ਆ, ਹਾਂਜੀ। ਇਹ ਜਿਹੜੇ ਇਹਨਾਂ ਨੇ ਕਾਨੂੰਨ ਲੈ ਕੇ ਆਏ ਨੇ, ਇਹ ਕਹਿੰਦੇ ਜੀ ਇਹ ਬਾਕੀ ਦੇਸ਼ ਧਰੋਹੀ ਨੇ। ਦੇਸ਼ ਧਰੋਤੇ ਕਰਦੇ ਨੇ ਇਹਨਾਂ ਨੇ। ਪਿਛਲੇ ਆਰਐਸਐਸ ਜਿਹੜਾ ਇਹਨਾਂ ਦਾ ਮੁੱਖ ਜਿਹੜਾ ਏਜੰਡਾ, ਉੱਥੇ ਤੇ ਇਹਨਾਂ ਨੇ ਟੰਗਾ ਫੜਾਇਆ ਹੀ ਅਜੇ ਤੱਕ। ਤੇ ਇਹ ਕਹਿੰਦੇ ਜੀ ਅਸੀਂ ਦੇਸ਼ ਭਗਤ ਆ। ਉਹ ਤਾਂ ਸੌਦਾਬਾਜ਼ੀ ਕਰਦੇ ਨੇ ਹਮੇਸ਼ਾ ਹੁਕੂਮਤਾਂ ਦੇ ਨਾਲ। ਚਲੋ ਉਹਨਾਂ ਨੂੰ ਆਪਾਂ ਉਹਨਾਂ ਤੋਂ ਸਿਰਫ ਸਿੱਖ ਸਕਦੇ ਨੇ, ਸੰਗਠਿਤ ਹੋ ਕਿਵੇਂ ਸਕਦੇ ਆ। ਬਾਕੀ ਉਹਨਾਂ ਨੇ ਦੇਸ਼ ਵਾਸਤੇ ਕੁਝ ਨਹੀਂ ਕੀਤਾ, 3 ਵਾਰੀ ਬੈਨ ਲੱਗ ਚੁੱਕਿਆ ਉਹਨਾਂ ਤੇ ਜੀ। ਇਸ ਕਰਕੇ ਮੈਂ ਪਤਾ ਨਹੀਂ ਚੜ੍ਹਦੀ ਕਰੂੰਗਾ। ਆਪੋਜੀਸ਼ਨ ਥੋੜਾ ਮਾੜਾ ਆ, ਜਿਹੜਾ ਕਾਂਗਰਸ ਆ ਉਹ ਥੋੜਾ ਜਿਹਾ ਢਿੱਲੀ ਆ ਗਈ। ਜੇ ਆਪੋਜੀਸ਼ਨ ਚੰਗਾ ਹੋਵੇ, ਕੋਈ ਪਾਰਟੀ ਚੰਗੀ ਹੋਵੇ, ਹੁਣ ਕਿਸਾਨ ਉੱਠੇ ਨੇ। ਇਹ ਵੇਖੋ ਜਿੰਨਾ ਚਿਰ ਤੱਕ ਇਹ ਰਾਜਨੀਤੀ 'ਚ ਨਹੀਂ ਆਉਂਦੇ ਉਹਨਾਂ ਚਿਰ ਤੱਕ ਇਹ ਸਰਕਾਰਾਂ ਨੇ ਦੇਣਾ ਕੱਖ ਨਹੀਂ ਥੋੜੀ ਕੀਤੀਆਂ। ਠੀਕ ਹੈ ਜੀ। ਇਸ ਕਰਕੇ ਇਹ ਜਿਹੜਾ ਮੂਵਮੈਂਟ ਉੱਠੀ ਹੈ, ਇਹਦੇ ਵਿੱਚੋਂ ਕੋਈ ਚੰਗੇ ਜਿਹੜੇ ਸੁਹਿਰਦ ਲੋਕ ਨੇ ਉਹ ਰਾਜਨੀਤੀ 'ਚ ਵੀ ਜ਼ਰੂਰ ਆਉਣੇ ਚਾਹੀਦੇ। ਬਿਲਕੁਲ। ਤੇ ਇਸ ਕਰਕੇ ਇਹ ਸਾਰਿਆਂ ਨੂੰ ਸਾਨੂੰ ਸੋਚਣਾ ਪਏਗਾ। ਜਿੰਨੇ ਚਿਰ ਰਾਜਨੀਤੀ 'ਚ ਨਹੀਂ ਆਉਂਦੇ, ਰਾਜਨੀਤੀ ਥੋੜੀ ਠੀਕ ਨਹੀਂ ਕਰਦੇ, ਉਹਨਾਂ ਚਿਰ ਤੱਕ ਇਹਨਾਂ ਲੋਕਾਂ ਨੇ ਮੰਨਣਾ ਨਹੀਂ। ਇਹਨਾਂ ਦੇ ਜਿਹੜਾ ਨਾ ਲੱਕ ਦੇ ਦਮ ਜਿਹੜਾ ਉਹ ਜਿਹੜੀ ਪਬਲਿਕ ਆ ਉਹ ਕਰ ਸਕਦੀ ਆ। ਹਜੇ ਵੀ ਉੱਠਣ, ਕਿਉਂਕਿ ਇਹ ਥਕਾ ਰਹੇ ਨੇ, ਹੰਭਾ ਰਹੇ ਨੇ। ਪਰ ਮਹਾਰਾਜ ਕਿਰਪਾ ਕਰਨ, ਚੜ੍ਹਦੀ ਕਲਾ 'ਚ ਰਹਿਣ ਉੱਥੇ ਕਿਸਾਨ ਜਿੰਨੇ ਵੀ ਨੇ। ਮਹਾਰਾਜ ਉਹਨਾਂ ਨੂੰ ਲੰਬੀਆਂ ਉਮਰਾਂ ਬਖਸ਼ੇ ਤੇ ਉਹਨਾਂ ਦੇ ਅੰਗ ਸੰਗ ਸਹਾਈ ਹੋਣ, ਕਿਰਪਾ ਕਰਨ ਉਹਨਾਂ ਦੇ ਉੱਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। सो जिਵੇਂ ਤੁਸੀਂ देख रहे हो संगत जी, सारे जो भी किसान जहां पे भी हमें देख रहे हैं इंडिया में, तो आपको बता दें कि आपके साथ कंधे से कंधा जोड़ के एक आंदोलन अमेरिका में भी चल रहा है। न्यूयॉर्क, मैरीलैंड, मतलब वॉशिंगटन डीसी, कैलिफोर्निया, हर जगह पे किसान आपके साथ हैं। 8 बड़े किसान यूनियंस बोल दीजिए अमेरिका के आपके समर्थन दे चुके हैं। कॉकसेस और लोकल लीडर्स भी कर रहे हैं आपके लिए। तो हो सकता है कि यहाँ पे ग्राउंड ग्रास रूट लेवल पे रेजोल्यूशन भी पास होने शुरू हो चुके हैं सिटीज में। तो कांग्रेस, यूएस कांग्रेस से भी शायद जल्द कुछ रेजोल्यूशन या कुछ बात हम कोशिश करेंगे। सो ये डिप्लोमेटिक तरीके से जो भी हो सकता है, ह्यूमन राइट वायलेशन रोकनी बहुत जरूरी है, क्योंकि अमेरिका हमेशा दे हैव ऑलवेज स्टूड अप फॉर द राइट थिंग, है ना। वो हमें उम्मीद है अब फिर से करेंगे। तो हमारे साथ एक भाई साहब हैं, उनके बैनर पे लिखा है कि हाँ जी, ह्यूमन राइट वायलेटेड बाय मोदी गवर्नमेंट इन इंडिया। सो ਅਸੀਂ ਬਾਰ-ਬਾਰ ਇਹੀ ਗੱਲ ਪੁੱਛ ਰਹੇ ਹਾਂ ਵੀ ਜਿਹੜੀਆਂ ਤੁਸੀਂ ਧੱਜੀਆਂ ਉਡਾ ਰਹੇ ਹੋ ਸੰਵਿਧਾਨ ਦੀਆਂ, ਆਰਟੀਕਲ 19 ਸਾਡਾ ਸੰਵਿਧਾਨ ਇੱਕ ਹੱਕ ਹੈਗਾ ਕਿਤੇ ਵੀ ਪ੍ਰੋਟੈਸਟ ਕਰਨ ਦਾ, ਕੰਟਰੀ ਦਾ ਕੰਮ ਕੋਈ ਕਿਸਾਨ ਕੋਈ ਹਥਿਆਰ ਨਹੀਂ ਹੈਗਾ ਕਿ ਉਹ ਮਤਲਬ ਇਹਦੇ ਵਿੱਚ ਥੋੜਾ ਜਿਹਾ ਇਹ ਕਰਨਾ ਪਾਓ ਜਿਹੜੇ ਬੱਚਿਆਂ ਨੂੰ ਆਪਣੇ, ਜਿਵੇਂ ਅਮਰੀਕਾ 'ਚ ਵੀ ਪ੍ਰੋਟੈਸਟ ਹੁੰਦੇ ਨੇ, ਹਰ ਜਗ੍ਹਾ ਤੇ ਹੁੰਦੇ ਨੇ, ਵੀ ਤੁਹਾਨੂੰ ਲੱਗ ਰਿਹਾ ਵੀ ਇੰਡੀਆ ਇੱਕ ਡੈਮੋਕ੍ਰੇਸੀ ਦੇ ਵੈਲਿਊ ਤੇ ਚਲੇਗੀ ਗੱਲ, ਵੀ ਉੱਥੇ ਜਿਸ ਤਰੀਕੇ ਨਾਲ ਬੱਚੀਆਂ ਭੈਣਾਂ ਨੂੰ ਡਿਟੇਨ ਕੀਤਾ, ਆਪਾਂ 9 ਦੀ ਭੈਣ ਦਾ ਵੀ ਦੇਖਿਆ ਸੀਗਾ। ਸੋ ਇਹ ਚੀਜ਼ਾਂ ਆਪਾਂ ਨਹੀਂ ਵੀ ਕਹਿਣਾ ਚਾਹੀਦਾ, ਉਹ ਇਹ ਜਿਹੜਾ ਟ੍ਰੀਟਮੈਂਟ ਮਿਲ ਰਿਹਾ ਹੈਗਾ ਨੌਜਵਾਨਾਂ ਨੂੰ ਤੇ ਸਪੈਸ਼ਲੀ ਭੈਣਾਂ ਨੂੰ, ਇਹ ਸਹੀ ਹੈ, ਜਾਇਜ਼ ਹੈ ਜੀ? ਨਹੀਂ ਜੀ, ਪਹਿਲਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੇਰਾ ਨਾਮ ਅਜੇਪਾਲ ਸਿੰਘ ਆ, ਮੈਂ ਬਾਲਟੀਮੋਰ ਯੂਨਾਈਟਿਡ ਸਟੇਟਸ ਵਿੱਚ ਮੈਂ ਰਹਿਣਾ। ਤੇ ਅੱਜ ਮੈਂ ਡੀਸੀ ਦੇ ਉੱਤੇ ਅਸੀਂ ਆਏ ਹੋਏ ਹਾਂ ਸਾਰੇ ਜਣੇ ਪ੍ਰੋਟੈਕਟ ਫਾਰਮਰਸ ਦੇ ਹੱਕ ਦੇ ਵਿੱਚ। ਆਪਣਾ ਆਪਾਂ ਕਹਿ ਲਈ ਹਿਊਮਨ ਰਾਈਟਸ ਦੇ ਹੱਕ 'ਚ ਖੜੇ ਹਾਂ ਸਾਰੇ, ਕਿਉਂਕਿ ਫਾਰਮਰਸ ਹਿਊਮਨ ਰਾਈਟਸ ਦਾ ਇੱਕ ਬਹੁਤ ਵੱਡਾ ਅੰਗ ਨੇ। ਤੇ ਜਿਹੜੀ ਤੁਸੀਂ ਸਵਾਲ ਪੁੱਛਿਆ ਉਹਨਾਂ ਨੂੰ ਲੈ ਕੇ ਬਿਲਕੁਲ ਵੀ ਨਹੀਂ, ਨੋਟ ਇਵਨ
ਕੋਈ ਜ਼ਿਆਦਾ ਕਰ ਰਹੇ ਹੁਣ ਕਿਉਂਕਿ ਦੇਖੋ ਅਸੀਂ ਇੱਥੇ ਦੇਖਦੇ ਆ ਇੱਥੇ ਹਰ ਚੀਜ਼ ਦਾ ਬੈਸਟ ਹੁੰਦਾ ਪਰ ਬਾਈ ਜਿਵੇਂ ਹੁੰਦੇ ਪਰ ਇੱਥੇ ਕਿਸੇ ਲੇਡੀਜ਼ ਕਿਸੇ ਬੱਚੇ ਤੇ ਕਿਸੇ ਦੇ ਕੋਈ ਤਸੱਸੁਰ ਨਹੀਂ ਕੀਤਾ ਜਾਂਦਾ ਕਿ ਲੋਕ ਹਿਊਮਨ ਰਾਈਟਸ ਦੀ ਬਹੁਤ ਜ਼ਿਆਦਾ ਕਰਦੇ ਨੇ ਪਰ ਅਸੀਂ ਇੰਡੀਆ ਜਦੋਂ ਸੁਣਦੇ ਹਾਂ ਸਾਨੂੰ ਬਹੁਤ ਜ਼ਿਆਦਾ ਫੀਲ ਹੁੰਦਾ ਤੇ ਦੁੱਖ ਵੀ ਹੁੰਦਾ ਕਿ ਇੱਕ ਇਤਿਹਾਸਿਕ ਕੰਟਰੀ ਹੈ ਉਹ ਜਿੱਥੇ ਇਹ ਚੀਜ਼ਾਂ ਦੀ ਕਦਰ ਕੀਤੀ ਜਾਂਦੀ ਸੀ ਜਿਹਦੇ ਬੇਸ ਤੇ ਉਹਨੂੰ ਉਸ ਕੰਟਰੀ ਦਾ ਡੈਮੋਕ੍ਰੇਸੀ ਕਿਹਾ ਜਾਂਦਾ ਸੀ ਲੇਕਿਨ ਇਹਨਾਂ ਨੇ ਡੈਮੋਕ੍ਰੇਸੀ ਅੱਜ ਰੱਜ ਕੇ ਧੱਜੀਆਂ ਉਡਾਤੀਆਂ ਇਸ ਗਵਰਨਮੈਂਟ ਨੇ ਬਿਲਕੁਲ ਹੀ ਚਲੋ ਅੱਗੇ ਵੀ ਗਵਰਨਮੈਂਟ ਕਰਦੀਆਂ ਆਈਆਂ ਨੇ ਪਰ ਇੰਨਾ ਕਿਸੇ ਨੇ ਨੰਗਾ ਹੋ ਕੇ ਨਾਚ ਨਹੀਂ ਕੀਤਾ ਜਿੰਨਾ ਇਸ ਗਵਰਨਮੈਂਟ ਨੇ ਨੰਗਾ ਹੋ ਕੇ ਨਾਚ ਕੀਤਾ ਬੱਚਿਆਂ ਦੇ ਆਪਣਾ ਕਹਿ ਰਹੀ ਵਿੱਚ ਜ਼ੁਲਮ ਢਾਣੇ ਹੁਣ ਭੈਣਾਂ ਦੇ ਉੱਤੇ ਆਪਾਂ ਸੁਣਦੇ ਹੀ ਹਾਂ ਚਲੋ ਆਪਾਂ ਨਾਮ ਕੀ ਲੈਣਾ ਆਪਾਂ ਨੂੰ ਸਾਰਾ ਕੁਝ ਪਤਾ ਹੈ ਨਾ ਵਰਲਡ ਦੇ ਵਿੱਚ ਕੀ ਇੰਡੀਆ 'ਚ ਕੀ ਹੋ ਰਿਹਾ ਹਾਂਜੀ ਤੇ ਬਿਲਕੁਲ ਹੀ ਹਿਊਮਨ ਰਾਈਟਸ ਦੇ ਬਿਲਕੁਲ ਖਿਲਾਫ ਹੈ ਜੀ ਤੇ ਅਸੀਂ ਬਿਲਕੁਲ ਕਿਸਾਨਾਂ ਦੇ ਹਿਊਮਨ ਰਾਈਟਸ ਦੇ ਜਿਹੜੇ ਕਾਨੂੰਨ ਨੇ ਉਹਨਾਂ ਦੇ ਨਾਲ ਸਿਰ ਡਟ ਕੇ ਖੜੇ ਹਾਂ ਜਦ ਤੱਕ ਇਹਦਾ ਕੋਈ ਫੈਸਲਾ ਨਹੀਂ ਆਉਂਦਾ ਅਸੀਂ ਉਹਨਾਂ ਦੇ ਨਾਲ ਹਾਂ ਜੀ ਬਿਲਕੁਲ ਜੀ ਠੀਕ ਹੈ ਜੀ ਬਿਲਕੁਲ ਕੋਈ ਡਾਊਟ ਨਹੀਂ ਹੈ ਜੀ ਇੰਡੀਅਨ ਗਵਰਨਮੈਂਟ ਇਸ ਟਾਈਮ ਪੂਰਾ ਹਿਊਮਨ ਰਾਈਟਸ ਨੂੰ ਆਪਣੇ ਪੈਰਾਂ 'ਚ ਰੋਲ ਰਹੀ ਆ ਤੇ ਇਸ ਚੀਜ਼ ਦਾ ਆਪਾਂ ਸਾਰਿਆਂ ਨੂੰ ਮਿਲ ਕੇ ਧਿਆਨ ਦੇਣਾ ਚਾਹੀਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜੀ। और आपको बता दें सारे जो हमारे दोस्त मित्र जुड़े हैं सारे इंडिया से सो हिंदी में बताते हैं आपको कुछ इतिहास की बातें जैसे भाई साहब ने जिक्र करा भाई साहब आपने भगवा झंडा हाईजैक कर लिया सरदार पटेल की इमेज को हाईजैक कर लिया गांधी जी के चश्मे को हाईजैक कर लिया आपको भगवे झंडे के बारे में बताते हैं मराठियों का मराठवाड़ा का इतिहास भगवा झंडा जीते थे मुगलों की दम कर दिया था नाक में उन्होंने उनके साथ मिलकर सिखों के साथ मिलकर उन्होंने मुल्क बनाया राजगुरु थे भगत सिंह के जो साथ उनके साथ जिनको फांसी की सजा हुई वो थे पूना से सो कहने का बात भैया भगवा झंडा आपने मराठों का हाईजैक कर तो लिया पर उसकी थोड़ी गर्मा है शिवाजी क्लियर इंस्ट्रक्शन देते थे अपनी सेना को कि जहां भी हम जाएंगे किसी धर्म स्थल पे किसी बच्चे पे किसी औरत पे किसी बुजुर्ग पे जुल्म नहीं किया जाएगा और उनकी फौज में पठान सिख मतलब हर तरह के हर कौम का बंदा उनके साथ था जब अब्दाली को भी हराया पानीपत का इतिहास भी पढ़ लेना भैया कैसे हुआ था सो आप थोड़ा भगवे झंडे की इज्जत करना सीखो आप हाईजैक कर ले तो बिना इतिहास पढ़े चीजें हमें पहले बता दिया करो इलेक्शन से भैया कि आपने इतिहास नहीं पढ़ा आपको संविधान की जानकारी नहीं है हम इस चीज पे विचार करके वोट देंगे ना यार आप ना तो लोगों को बेवकूफ सबका साथ सबका विकास ठीक है ना आप माताओं बहनों की अपना प्लेटफॉर्म पे आपने लिखे मैनिफेस्टो में माताओं बहनों के लिए किसानों के लिए आपने 2011 से चिट्ठी दे रखी है कि हम एमएसपी देंगे हम आपको दिखाते हैं कि एमएसपी की बात ये कर नहीं रहे कभी भी एमएसपी पे बात क्यों नहीं हो रही भैया सरकार के साथ सो एमएसपी 2011 से आप कॉन्टिन्यूसली बोल रहे हो ठीक है गुजरात में आपने बोला चिट्ठी लिख के माननीय प्रधानमंत्री जी ने उस पर साइन है उनके 2014 इलेक्शन मैनिफेस्टो 2019 इलेक्शन मैनिफेस्टो स्वामीनाथन रिपोर्ट की आप बातें करते हो मजाक उड़ा रहे हो 600 से ज्यादा फसलें उगाई जा रही है हमारे देश में और आप सिर्फ गेहूं और धान वो भी सिर्फ पंजाब से खरीदते हो वो भी 6%। तो आप क्या बोलते हो एमएसपी था रहेगा आप भैया जानकारी रखा करो थोड़ा सच बोलने की आदत डालो और इतिहास में देख लेना खोल के पढ़ भी लेना किसान आज तक नहीं आ रहे कभी भी आ रहे ठीक है तो आपको आप जल्दी से लोगे और वैसे भी सत्ते में नहीं है उसने जीतना भाई आपकी खबर जितना प्रोपेगेंडा कर लो सारी दुनिया को पता है किसानों का क्या हो रहा है क्या आप लोगों को करने के लिए फेसबुक तक कर रहे हो तो आपको ये बता दें कि दोस्त मित्र नहीं मानिए अंकल जाएंगे मैं बता रहा हूं आपको आप थोड़ा सोचो किसान के बारे में अगर आपने हिंदू राष्ट्र नहीं बनाना क्या आपने अकल नहीं करनी अपना इलेक्शन नहीं जीतना आप चुनाव जीवी हो आपकी परिभाषा ही चुनाव जीवी है आप हमें आंदोलन जीवी बोलते हो हम आपको दे रहे हैं भैया चुनाव जीवी ये भाषा हमने आपकी देखा है सिर्फ आपको इलेक्शन ही जीतनी है भैया और कुछ करना नहीं है सो आपको इलेक्शन एडवाइस दे रहे हैं बहुत अच्छी कि माननीय और नानी अंकल का साथ छोड़ो आपको हर किसान रोज के 10 रुपए पहुंचा दिया करेगा भैया तो 75 करोड़ से ज्यादा किसान है तो 750 करोड़ आपके हो जाएंगे रोज के बथेरा चंदा हो जाएगा आपके लिए सारे किसान आपको हमें एमएसपी दे दो ठीक है ना ये अमेरिका कनाडा से लोग छोड़ के वहीं आके खेती बाड़ी करने लग जाएगा बता रहा हूँ आपको ठीक है ना तो आप देश का अगर उज्जवल भविष्य चाहते हो अर्थशास्त्री ने अगर किसी ने आपकी अकल पे हाथ मारा वो तो हम लेंगे ही लेंगे चाहे उसके लिए जान तक देनी पड़ जाए एमएसपी और टमाटर जीतेंगे वरना मरेंगे एमएसपी तो लेके घर लौटेंगे आपको ये अपने मन में क्लियर रखना है कि आप कहां तक जुल्म करोगे ठीक है ना सो सरफरोशी की तमन्ना अब हमारे दिल में है देखना है जोर कितना बाजू दिल में है हमें डर नहीं लगता आपसे
हम तो बोलेंगे हर जगह, ठीक है ना। और अपना साथ शुरू कर लो, बंगाल में भी आपकी बिस्तरा गोल होने वाला है, हर जगह होगा, पूरे डेक्कन में भी होगा, पूरे साउथ में भी होगा। जो पंचायत इलेक्शन आ रहे हैं पूर्वी उत्तर प्रदेश में, आपके जो आपका घर है वहां पे आ रहा है एसेंशियल इलेक्शन में। सो आप देख लो, आपका जो कमल है ना, वो बोलते हैं गंद में खेलता है, आपने सबको गंदा करना है। सो हम आपका कमल ही काट देंगे भैया बीच में से, ठीक है ना। और ये छप्पड़ जो आपने बना दिया, पूरे देश का रायता कर दिया, वो हम ठीक करेंगे भैया। हम हैं युवा इस देश के, और जहां तक हमारी आवाज है तब तक बोलेंगे। आप हमें रोक नहीं सकते, आप हमारा कुछ नहीं कर सकते, ना आप हमारा फेसबुक बंद कर सकते हो। हमारी भक्ति नहीं है उतनी कि आप हमारे को कुछ भी कर सको। सो हम तो बोलेंगे भैया, और जब तक जिंदा है तब तक बोलेंगे, और अपने हक लेके रहेंगे। आपसे सेंटर सरकार के टुकड़ों पे नहीं पलेंगे किसान, ये आपको बता दिया जाए। स्टेट इश्यूज में इंटरफेयर करना बंद करें। पहले प्रधानमंत्री हो, हर स्टेट इलेक्शन में आप नोट घुसाते हो। आपको भैया कानून आपने देख लिया करो, थोड़ा पढ़ तो लिया करो स्टेट लिस्ट, उसमें 66 आइटम्स में से एग्रीकल्चर लैंड टॉप पे है। तो भैया आप थोड़ा कानून बनाते हुए थोड़ा पढ़ लिया करें, लोगों से थोड़ी राय ले लिया करें। जॉइंट पार्लियामेंट्री कमेटी बनाना कोई बुरी बात नहीं है, पहले वाली सरकारें भी बनाती थी, उनसे सीख लो। तो बंदे आपके पास हैं, सारा टैलेंट आप पे है, थिंक टैंक आप पे है। सो आपको विनती कर रहे हैं, देश की और नाक कटवाना बंद करो, ठीक है ना भैया। ह्यूमन राइट की धज्जियां उड़ाना बंद करो, हक हम अपने लेके जाएंगे, एमएसपी तो हम लेके जाएंगे। अब आपको तय करना है कि आपने कितना अपना नुकसान करवा के देना है। हमारा कोई नुकसान नहीं, हमने अपने बच्चे जीत लिए, ठीक है ना। शहादतें देने की हमें शुरू से आदत है, उनका भी एक एक का 1.25 लाख के भारी पड़ेगा। 300 से ज्यादा किसान जो गया ना, एक एक का हिसाब किताब किया जाएगा आपके साथ। सो आप ये भाग नहीं सकते अब इससे। सो जाके कहीं बिल में छुप जाओगे, और आपकी चाय की दुकान खुलवाएंगे हम जब ही निकलेंगे, और टिप हम देंगे भैया आपको, ठीक है ना। और मोटा भाई साथ में आपके बर्तन धोने की मशीनें लगवाएंगे, उनकी नंबर गेम अपनी सही कर लो ना, वहां पे कितने कप बिकते हैं रोज के, ठीक है ना। और आपकी पूरी हेल्प करेंगे, वो काम आप अच्छा कर सकते हो। संविधान जो हमारे सबसे बड़े मंदिर में जाते हो पार्लियामेंट में, तो प्रेम्बल पढ़ के जाया करो कम से कम, ठीक है ना भैया। इक्वल अपॉर्चुनिटी फॉर ऑल, ये अंडानी अंबानियों का देश नहीं है। बॉर्डर पे बैठे हमारे देश के किसान का सौभाग्य है, हमारे बच्चे शहादतें ले रहे हैं बॉर्डर पे। आपने डिफेंस मिनिस्टर से पूछ लेना कि जो देश के बच्चे बैठे वो खालिस्तानी है कि सिख है, पूछ लेना। एक जवान 21 साल का 12-12 चीनियों को निहत्था मारता है, बीच में से फाड़ता है, बीजिंग तक घुसने की क्षमता रखते हैं हम। सबसे ऊपर रखेंगे देश का झंडा, पूरा करके रहेंगे किसान एजेंडा।